ਮੈਂ ਤੁਹਾਡਾ ਸਵਾਗਤ ਇਸ ਸੈਸ਼ਨ 'ਚ ਕਰਨਾ ਚਾਹੁੰਦਾ ਜਿੱਥੇ ਮੈਂ ਤੇ ਡੇ ਪ੍ਰਾਰਥਨਾ ਬਾਰੇ ਗੱਲ ਕਰ ਰਹੇ ਹਾਂ। ਇਹ ਯੂਐਸ ਨੈਸ਼ਨਲ ਪ੍ਰੇਅਰ ਕਮੇਟੀ ਦੇ ਚੇਅਰਮੈਨ ਹਨ ਤੇ ਹਾਰਵੈਸਟ ਪ੍ਰੇਅਰ ਮਿਨਿਸਟਰੀਜ਼ ਦੇ ਪ੍ਰੈਜ਼ੀਡੈਂਟ ਹਨ ਅਤੇ ਇੱਕ ਚੰਗੇ ਮਿੱਤਰ ਹਨ ਜਿਨ੍ਹਾਂ ਦੇ ਨਾਲ ਮੈਂ ਪਿਛਲੇ ਸੈਸ਼ਨਾਂ ਦੇ ਵਿੱਚ ਬਹੁਤ ਕੁਝ ਵੰਡਿਆ ਹੈ ਅਤੇ ਅਸੀਂ ਗੱਲ ਕਰ ਰਹੇ ਸੀ ਆਤਮਿਕ ਯੁੱਧ ਦੇ ਬਾਰੇ ਅਤੇ ਡੇਵ ਨੇ ਇੱਕ ਬਹੁਤ ਹੀ ਵਧੀਆ ਗੱਲ ਤੇ ਇੱਕ ਉਦਾਹਰਨ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਲਿਆਂਦੀ। ਸ਼ਾਇਦ ਪ੍ਰਭੂ ਯੀਸ਼ੂ ਦੇ ਜੀਵਨ ਦੀ ਸਭ ਤੋਂ ਮਹੱਤਵਪੂਰਨ ਗੱਲ ਕਿ ਉਹਨੇ ਕਿਵੇਂ ਪਰਤਾਵੇ ਦਾ ਸਾਹਮਣਾ ਕੀਤਾ ਤੇ ਪਰਤਾਵੇ 'ਚ ਗਿਆ ਅਤੇ ਅਸੀਂ ਵੇਖਿਆ ਯੀਸ਼ੂ ਨੇ ਪਰਮੇਸ਼ਰ ਦੇ ਵਚਨ ਨੂੰ ਇਸਤੇਮਾਲ ਕੀਤਾ, ਉਹਨੇ ਪਰਮੇਸ਼ਰ ਦਾ ਵਚਨ ਬੋਲੇ। ਇਸ ਲਈ ਡੇਵ ਮੈਂ ਇਹਦੇ ਬਾਰੇ ਥੋੜ੍ਹੀ ਗੱਲ ਕਰਨਾ ਚਾਹੁੰਦਾ ਕਿ ਇਸ ਦੀ ਭੂਮਿਕਾ ਪਰਮੇਸ਼ਵਰ ਦੇ ਵਚਨ ਦੀ ਭੂਮਿਕਾ ਜਦੋਂ ਅਸੀਂ ਆਤਮਿਕ ਯੁੱਧ 'ਚ ਹੁੰਦੇ ਹਾਂ। ਅਤੇ ਤੁਸੀਂ ਜਾਣਦੇ ਹੋ ਕਿ ਮੈਂ ਰੋਮਾਨੀਆ ਦੇ ਵਿੱਚ ਜਾਂਦਾ ਰਿਹਾ ਵਾਂ ਅਤੇ ਜਦੋਂ ਉੱਥੇ ਉਸਤਾਦ ਦੇ ਦਿਨ ਸੀ ਇੱਕ ਗੱਲ ਦੇ ਉੱਤੇ ਪਾਬੰਦੀ ਸੀ, ਉਹ ਸੀ ਪਰਮੇਸ਼ਵਰ ਦਾ ਵਚਨ। ਅਤੇ ਜੋ ਮੈਂ ਵੇਖਿਆ ਉਹਨਾਂ ਦਿਨਾਂ 'ਚ ਰੋਮਾਨੀਆ ਦੇ ਵਿਸ਼ਵਾਸੀਆਂ ਲਈ ਦੋ ਗੱਲਾਂ ਬੜੀਆਂ ਮਹੱਤਵਪੂਰਨ ਸਨ। ਇੱਕ ਸੀ ਪ੍ਰਾਰਥਨਾ। ਤੁਸੀਂ ਉਹਨਾਂ ਦੇ ਚਰਚਾਂ 'ਚ ਜਾਓ, ਸਭਾ ਤੋਂ ਪਹਿਲਾਂ ਉਹ ਇਕੱਠੇ ਹੋ ਕੇ ਪ੍ਰਾਰਥਨਾ ਕਰਿਆ ਕਰਦੇ ਸਨ, ਉਹਨਾਂ ਦੀਆਂ ਚਰਚਾਂ ਭਰੀਆਂ ਹੁੰਦੀਆਂ ਸਨ। ਦੂਜੇ ਸ਼ਬਦਾਂ 'ਚ ਪ੍ਰਾਰਥਨਾ ਬਹੁਤ ਜ਼ਰੂਰੀ ਸੀ। ਦੂਜੀ ਗੱਲ ਵਚਨ, ਉੱਥੇ ਤੁਸੀਂ ਘੰਟਾ 2 ਘੰਟੇ ਪ੍ਰਚਾਰ ਕਰੋ ਪਰਮੇਸ਼ਰ ਦੇ ਵਚਨ ਲਈ, ਇੰਨੇ ਭੁੱਖੇ ਸਨ। ਦੋ ਗੱਲਾਂ ਮੈਂ ਸੋਚਦਾ ਆਪਸ ਦੇ ਵਿੱਚ ਬੜੀਆਂ ਜੁੜੀਆਂ ਹੋਈਆਂ ਨੇ। ਇਹ ਕਿਵੇਂ ਆਪਸ 'ਚ ਜੁੜੀਆਂ ਹੋਈਆਂ ਨੇ? ਵਚਨ ਦੀ ਕੀ ਭੂਮਿਕਾ ਹੈ, ਵਚਨ ਦੀ ਪ੍ਰਾਰਥਨਾ, ਵਚਨ ਨੂੰ ਬੋਲਣਾ, ਇਹ ਸਭ ਗੱਲਾਂ ਜਿਨ੍ਹਾਂ ਬਾਰੇ ਅਸੀਂ ਗੱਲ ਕੀਤੀ, ਵਚਨ ਦੀ ਕੀ ਭੂਮਿਕਾ ਹੈ? ਇਹ ਇੱਕ ਮਹਾਨ ਪ੍ਰਸ਼ਨ ਹੈ। ਆਓ ਮੈਂ ਤੁਹਾਨੂੰ ਕੁਝ ਨਿੱਜੀ ਦੱਸਦਾ। ਪ੍ਰਾਰਥਨਾ ਦਾ ਵਿਅਕਤੀ ਹੁੰਦੇ ਹੋਏ ਆਓ ਮੈਂ ਤੁਹਾਨੂੰ ਕੁਝ ਨਿੱਜੀ ਗੱਲ ਦੱਸਦਾ ਹਾਂ। ਉਹ ਹੈ ਵਚਨ ਅਨੁਸਾਰ ਪ੍ਰਾਰਥਨਾ। ਇਹ ਮੇਰੇ ਲਈ ਕਿਸੇ ਵੀ ਚੀਜ਼ ਤੋਂ ਜ਼ਿਆਦਾ ਕੀਮਤੀ ਹੈ। ਸਾਨੂੰ ਪਰਮੇਸ਼ਰ ਦੇ ਵਚਨ ਦੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪਰਮੇਸ਼ਰ ਦਾ ਵਚਨ ਮੇਰੇ ਪ੍ਰਾਰਥਨਾ ਦੇ ਢਾਂਚੇ ਨੂੰ ਤਿਆਰ ਕਰਦਾ ਹੈ। ਮੈਂ ਜਾਣਦਾ ਤੁਸੀਂ ਇਹਦਾ ਵਿਵਰਣ ਦੇਣ ਜਾ ਰਹੇ ਹੋ। ਆਓ 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 ਇਸ ਦਾ ਮਤਲਬ ਸਮਝੀਏ। ਇਸ ਦਾ ਅਸਲ 'ਚ ਮਤਲਬ ਇਹ ਹੈ, ਜੇਕਰ ਮੈਂ ਪ੍ਰਾਰਥਨਾ ਦਾ ਪ੍ਰਭਾਵਸ਼ਾਲੀ ਵਿਅਕਤੀ ਬਣਨਾ ਚਾਹੁੰਦਾ ਹਾਂ ਤਾਂ ਮੈਨੂੰ ਪਰਮੇਸ਼ਰ ਦੀ ਮਰਜ਼ੀ ਅਨੁਸਾਰ ਪ੍ਰਾਰਥਨਾ ਸਿੱਖਣੀ ਪਵੇਗੀ। ਇਹ ਵਚਨ ਦਾ ਵਾਅਦਾ ਹੈ। ਪਹਿਲਾ ਯੂਹੰਨਾ 5:14-15। ਪਹਿਲਾ ਯੂਹੰਨਾ 5:14-15। ਜੇਕਰ ਅਸੀਂ ਕੁਝ ਵੀ ਮੰਗਦੇ ਹਾਂ ਉਸ ਦੀ ਮਰਜ਼ੀ ਅਨੁਸਾਰ, ਉਸ ਦੀ ਮਰਜ਼ੀ ਅਨੁਸਾਰ, ਇਹ ਔਖਾ ਹਿੱਸਾ ਹੈ, ਉਹਦੀ ਮਰਜ਼ੀ ਅਨੁਸਾਰ, ਫਿਰ ਅਸੀਂ ਜਾਣਦੇ ਹਾਂ ਅਸੀਂ ਜੋ ਮੰਗਿਆ ਹੈ ਉਹ ਪੂਰਾ ਹੋ ਜਾਵੇਗਾ। ਸਮੱਸਿਆ ਇਹ ਹੈ ਕਿ ਅਸੀਂ ਪ੍ਰਭੂ ਦੀ ਮਰਜ਼ੀ ਕਿਵੇਂ ਜਾਣਾਂਗੇ? ਅਸੀਂ ਉਹਦੀ ਮਰਜ਼ੀ ਨੂੰ ਉਹਦੇ ਵਚਨ ਦੇ ਪੰਨਿਆਂ ਤੋਂ ਬਿਨਾਂ ਹੋਰ ਕਿਤੇ ਵੀ ਨਹੀਂ ਲੱਭ ਸਕਦੇ। ਜਦੋਂ ਮੇਰੇ ਕੋਲ ਪਰਮੇਸ਼ਰ ਦੇ ਵਚਨ ਦੀ ਪੁਸਤਕ ਹੈ, ਭਾਵੇਂ ਇਹਦੀਆਂ ਕੁਝ ਕੁ ਗੱਲਾਂ ਮੇਰੇ ਦਿਮਾਗ ਵਿੱਚ ਹਨ, ਜਦੋਂ ਮੈਂ ਵਚਨ ਦੇ ਅਨੁਸਾਰ ਪ੍ਰਾਰਥਨਾ ਕਰਨ ਲੱਗ ਜਾਂਦਾ ਹਾਂ, ਮੈਂ ਵੇਖਦਾ ਮੈਂ ਆਪਣੀ ਪ੍ਰਾਰਥਨਾ ਨੂੰ ਪਰਮੇਸ਼ਰ ਦੀ ਮਰਜ਼ੀ ਦੀ ਕਤਾਰ ਵਿੱਚ ਲੈ ਆਉਣਾ ਹਾਂ। ਇਸ ਦੀ ਬਜਾਏ ਕਿ ਮੈਂ ਪਰਮੇਸ਼ਰ ਕੋਲੇ ਆਵਾਂ ਤੇ ਕਵਾਂ ਉਸ ਤੈਨੂੰ ਪਤਾ ਪਰਮੇਸ਼ਰ, ਮੈਂ ਇਹਦੇ ਬਾਰੇ ਸੋਚ ਰਿਹਾ ਸੀ, ਵਿਚਾਰ, ਇਸ ਦੀ ਬਜਾਏ ਮੈਂ ਪ੍ਰਭੂ ਕੋਲੇ ਆਉਣਾ ਹਾਂ ਤੇ ਕਹਿਣਾ ਹਾਂ, ਪ੍ਰਭੂ ਤੂੰ ਕਿਹਾ ਹੈ, ਤੇਰੇ ਵਚਨ ਨੇ ਕਿਹਾ ਹੈ, ਕੀ ਤੂੰ ਪ੍ਰਭੂ ਆਪਣੇ ਵਚਨ ਨੂੰ ਪੂਰਾ ਕਰੇਗਾ? ਸਭ ਤੋਂ ਵਧੀਆ ਮੇਰੇ ਲਈ ਗੱਲ ਇਹ ਹੈ ਕਿ ਵਚਨ ਅਨੁਸਾਰ ਪ੍ਰਾਰਥਨਾ ਕਰਨ ਵਾਲੇ ਲੋਕਾਂ ਨਾਲ ਭਰਿਆ ਹੋਇਆ ਹੈ। ਇਹ ਬਾਈਬਲ ਵਿੱਚ ਹੈ, ਪੂਰੀ ਬਾਈਬਲ ਵਿੱਚ ਹੈ। ਤੁਸੀਂ ਵੇਖਦੇ ਹੋ ਦਾਨੀਅਲ ਜਦੋਂ ਬੈਬੀਲੋਨ ਵਿੱਚ ਸੀ, ਬੰਦਵਾਈ ਵਿੱਚ, ਅਤੇ ਬਹੁਤ ਜ਼ਿਆਦਾ ਚਾਹੁੰਦਾ ਕਿ ਇਸਰਾਇਲ ਦੇ ਲੋਕ ਆਪਣੇ ਦੇਸ਼ ਵਿੱਚ ਵਾਪਿਸ ਆਉਣ, ਆਪਣੇ ਵਤਨ ਵਿੱਚ ਵਾਪਿਸ ਆਉਣ, ਅਤੇ ਉਹਨੇ ਵਚਨ ਨੂੰ ਖੋਲ੍ਹਿਆ ਅਤੇ ਯਿਰਮੀਆ ਦੀ ਪੋਥੀ ਵਿੱਚੋਂ ਪੜ੍ਹਿਆ। ਉਸਨੇ ਆਪਣੀ ਪ੍ਰਾਰਥਨਾ ਨੂੰ ਯਿਰਮੀਆ ਦੀ ਪੁਸਤਕ ਦੇ ਅਨੁਸਾਰ ਕੀਤਾ। ਤੁਸੀਂ ਇਸ ਨੂੰ ਬਾਰ-ਬਾਰ ਦੇਖ ਸਕਦੇ ਹੋ। ਯੀਸ਼ੂ ਨੇ ਵੀ ਇਹੀ ਕੰਮ ਕੀਤਾ, ਸਲੀਬ ਤੋਂ ਵੀ। ਤੁਸੀਂ ਵੇਖ ਸਕਦੇ ਹੋ ਯੀਸ਼ੂ ਵਚਨ ਦੀ ਪ੍ਰਾਰਥਨਾ ਕਰ ਰਿਹਾ ਹੈ। ਇਹ ਸਭ ਤੋਂ ਆਮ ਗੱਲ ਹੈ ਜਿਸ ਨੂੰ ਤੁਸੀਂ ਵੇਖਦੇ ਹੋ, ਜੋ ਤੁਸੀਂ ਉੱਥੇ ਪਾਉਂਦੇ ਹੋ ਕਿ ਇਹੀ ਇੱਕ ਤਰੀਕਾ ਹੈ। ਤੁਸੀਂ ਤੇ ਮੈਂ ਤੇ ਸਾਰੇ ਜੋ ਇਸ ਨੂੰ ਵੇਖ ਰਹੇ ਹਨ, ਉਹ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਪ੍ਰਾਰਥਨਾ ਕਰਨਾ ਸਿੱਖ ਸਕਦੇ ਹਨ। ਇੱਕ ਹੋਰ ਚੀਜ਼ ਜਿਸ ਨੇ ਵਿਵਹਾਰਿਕ ਤੌਰ 'ਤੇ ਮੇਰੀ ਬਹੁਤ ਮਦਦ ਕੀਤੀ ਹੈ, ਮੈਂ ਹਮੇਸ਼ਾ ਉਹਨਾਂ ਲੋਕਾਂ ਤੋਂ ਬਹੁਤ ਡਰਦਾ ਸੀ ਜੋ ਲੰਬੀਆਂ ਪ੍ਰਾਰਥਨਾਵਾਂ ਕਰਦੇ ਸਨ। ਮੈਂ ਕਹਿੰਦਾ ਸੀ ਇਹ ਕਿਵੇਂ ਕਰ ਸਕਦੇ? ਮੈਨੂੰ ਯਾਦ ਹੈ ਮੈਂ ਇੱਕ ਵਾਰ ਹਾਈ ਸਕੂਲ ਦੇ ਵਿੱਚ ਸੀ, ਕਿਸੇ ਨੇ ਮੈਨੂੰ ਪ੍ਰਾਰਥਨਾ 'ਤੇ ਛੋਟੀ ਕਿਤਾਬ ਦਿੱਤੀ ਅਤੇ ਮੈਂ ਬਹੁਤ ਖੁਸ਼ ਹੋ ਗਿਆ ਅਤੇ ਮੈਂ ਕਿਹਾ ਕਿ ਮੈਂ 1 ਘੰਟਾ ਪ੍ਰਾਰਥਨਾ ਕਰਿਆ ਕਰਾਂਗਾ। ਮੈਂ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਅਤੇ ਆਪਣੀ ਘੜੀ ਲਾ ਲਈ।
ਮੈਂ ਆਪਣੇ ਬੈੱਡ ਨਾਲ ਗੋਡੇ ਟੇਕੇ ਤੇ ਮੈਂ ਦੁਆ ਕੀਤੀ ਤੇ ਦੁਆ। ਮੈਂ ਆਪਣੀਆਂ ਅੱਖਾਂ ਖੋਲੀਆਂ ਤੇ ਆਪਣੀ ਘੜੀ ਵਿੱਚ ਵੇਖਿਆ ਹਲੇ 5 ਹੀ ਮਿੰਟ ਹੋਏ ਸਨ। ਮੈਂ ਆਪਣੇ ਗੋਡਿਆਂ ਤੋਂ ਉੱਠਿਆ ਤੇ ਕਿਹਾ ਕਿ ਇਹ ਲੋਕ ਇੰਨੀ ਲੰਬੀ ਪ੍ਰਾਰਥਨਾ ਕੀ ਕਰਦੇ। ਹੁਣ ਮੈਂ ਜਾਣਦਾ ਇਸ ਕਰਕੇ ਨਹੀਂ ਕਿ ਮੈਂ ਪ੍ਰਾਰਥਨਾ ਦਾ ਬੜਾ ਮਹਾਨ ਯੋਧਾ ਹਾਂ। ਮੈਂ ਪਰਮੇਸ਼ਵਰ ਦਾ ਵਚਨ ਖੋਲ੍ਹ ਕੇ ਉਸ ਨਾਲ ਗੱਲ ਕਰ ਸਕਦਾ ਹਾਂ। ਅਸੀਂ ਉਸ ਕੋਲ ਇਸ ਆਧਾਰ 'ਤੇ ਆਉਂਦੇ ਹਾਂ ਜੋ ਉਹਦਾ ਏਜੰਡਾ ਹੈ, ਜੋ ਉਹਦੇ ਦਿਲ ਵਿੱਚ ਹੈ। ਹਾਲੇ ਵੀ ਜੇਕਰ ਤੁਸੀਂ ਮੈਨੂੰ ਕਮਰੇ ਵਿੱਚ ਰੱਖ ਦਿਓ ਤਾਂ ਮੈਂ ਕੁਝ ਨਹੀਂ ਕਰਨਾ, ਪਰ ਮੈਂ ਕੁਝ ਘੰਟਿਆਂ ਦੇ ਲਈ ਪ੍ਰਾਰਥਨਾ ਕਰਨੀ ਹੈ। ਇਹ ਮੇਰੇ ਲਈ ਔਖਾ ਹੋਵੇਗਾ, ਪਰ ਤੁਸੀਂ ਮੇਰੀ ਬਾਈਬਲ ਮੈਨੂੰ ਦੇ ਦਿਓ ਸੈਮੀ। ਮੈਂ ਘੰਟਿਆਂ ਬੱਧੀ ਦੁਆ ਕਰ ਸਕਦਾ ਹਾਂ। ਮੈਂ ਸੋਚਦਾ ਮਸੀਹੀ ਘੰਟਿਆਂ ਤੱਕ ਪ੍ਰਾਰਥਨਾ ਕਰਨਾ ਸਿੱਖ ਸਕਦੇ ਹਨ, ਕਿਉਂਕਿ ਅਸੀਂ ਹੁਣ ਪਰਮੇਸ਼ਰ ਨੂੰ ਅਨੁਮਤੀ ਦੇ ਰਹੇ ਹਾਂ। ਮੈਂ ਉਸੇ ਵਾਕ ਦਾ ਇਸਤੇਮਾਲ ਕਰਾਂਗਾ। ਮੇਰੀ ਪ੍ਰਾਰਥਨਾ ਦਾ ਢਾਂਚਾ, ਮੈਂ ਅਸਲ ਵਿੱਚ ਪਰਮੇਸ਼ਰ ਦੇ ਵਚਨ ਦੀ ਭਾਸ਼ਾ ਦਾ ਇਸਤੇਮਾਲ ਕਰ ਰਿਹਾ ਹਾਂ, ਜੋ ਮੇਰੇ ਦਿਲ ਵਿੱਚੋਂ, ਮੇਰੇ ਮੂੰਹ ਵਿੱਚੋਂ ਨਿਕਲ ਕੇ ਵਾਪਸ ਉਹਦੇ ਵੱਲ ਜਾਣ। ਮੈਂ ਉਹ ਜਿਹੀਆਂ ਗੱਲਾਂ ਲਈ ਦੁਆ ਕਰਦਾ ਹਾਂ ਜਿਨ੍ਹਾਂ ਲਈ ਪਹਿਲਾਂ ਮੈਂ ਕਦੇ ਨਹੀਂ ਕੀਤੀ। ਪਹਿਲਾਂ ਮੈਂ ਦੁਹਰਾਉਂਦਾ ਰਹਿੰਦਾ ਸੀ, ਇੱਕੋ ਦੁਆ ਵਾਰ-ਵਾਰ ਕਰੀ ਜਾਣੀ। ਪਰ ਜਦੋਂ ਮੈਂ ਵਚਨ ਦੀ ਦੁਆ ਕਰਦਾ, ਮੈਂ ਇਹੋ ਜਿਹੀਆਂ ਗੱਲਾਂ ਲਈ ਦੁਆ ਕਰਦਾ ਜੋ ਮੇਰੇ ਮਨ ਵਿੱਚ ਹੀ ਨਹੀਂ ਨੇ, ਕਿਉਂਕਿ ਇਹ ਤਾਜ਼ਾ ਨੇ, ਸਿੱਧੀਆਂ ਪਰਮੇਸ਼ਰ ਦੇ ਵਚਨ ਵਿੱਚੋਂ ਬਾਹਰ ਨਿਕਲਦੀਆਂ ਹਨ। ਆਓ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ, ਕਿਉਂਕਿ ਇਹ ਬਹੁਤ ਹੀ ਮਹੱਤਵਪੂਰਨ ਹੈ ਤੇ ਮੈਂ ਸੋਚਦਾ ਹਰ ਇੱਕ ਇਸ ਨੂੰ ਚੰਗੀ ਤਰ੍ਹਾਂ ਸਮਝ ਜਾਵੇ, ਵਧੀਆ ਸਮਝ ਆਵੇ। ਅਤੇ ਤੁਸੀਂ ਕੀ ਕਰਨਾ ਚਾਹੁੰਦੇ ਹੋ? ਮੈਂ ਆਪਣੀ ਜਗ੍ਹਾ ਦੇ ਉੱਤੇ ਆਵਾਂ, ਪਰਮੇਸ਼ਵਰ ਦੇ ਕੋਲ ਇੱਕ ਸ਼ਾਂਤ ਜਗ੍ਹਾ ਤੇ ਉਸ ਨੂੰ ਮਿਲਾਂ ਅਤੇ ਸਿਲਸਿਲੇਵਾਰ ਵਚਨ ਪੜ੍ਹਾਂ। ਹਾਂਜੀ, ਬਿਲਕੁਲ ਹਾਂਜੀ। ਅਤੇ ਮੰਨ ਲਓ ਮੈਂ ਇੱਥੇ ਜ਼ਬੂਰ 28 ਦੇ ਉੱਤੇ ਹਾਂ ਅਤੇ ਮੈਂ ਜ਼ਬੂਰ 28 ਨੂੰ ਪੜ੍ਹਦਾ ਵਾਂ, ਤੇ ਉਸ ਤੋਂ ਬਾਅਦ ਦੇ ਵਿੱਚ ਕੀ ਤੁਸੀਂ ਕਹਿ ਰਹੇ ਮੈਂ ਵਾਪਿਸ ਇਹਦੇ ਵੱਲ ਜਾ ਕੇ ਦੁਆ ਕਰਾਂ ਅਤੇ ਵਾਪਸ ਪਰਮੇਸ਼ਵਰ ਦੇ ਕੋਲ ਜਾਵਾਂ? ਹੁਣ ਇਹ ਗੱਲ, ਇਸ ਨੂੰ ਕਰਨ ਦਾ ਕੋਈ ਤਰੀਕਾ ਗਲਤ ਨਹੀਂ। ਠੀਕ ਹੈ, ਕੋਈ ਵੀ ਤਰੀਕਾ ਗਲਤ ਨਹੀਂ ਹੈ। ਜੋ ਮੈਂ ਅਕਸਰ ਕਰਦਾ ਹਾਂ, ਜਦੋਂ ਮੈਂ ਪੜ੍ਹਦਾ ਹਾਂ ਉਦੋਂ ਮੈਂ ਪ੍ਰਾਰਥਨਾ ਕਰਦਾ ਹਾਂ। ਗੱਲ ਕਰਨਾ ਬੜਾ ਵਧੀਆ ਹੈ। ਮੈਂ ਕਹਿੰਦਾ ਪ੍ਰਭੂ ਮੈਨੂੰ ਇਸ ਬਾਰੇ ਸਿਖਾ, ਮੈਨੂੰ ਇਸ ਬਾਰੇ ਸਿਖਾ। ਫਿਰ ਮੈਂ ਉੱਚੀ ਆਵਾਜ਼ ਨਾਲ ਪੜ੍ਹਦਾ ਹਾਂ। ਫਿਰ ਜਦੋਂ ਉੱਚੀ ਆਵਾਜ਼ ਨਾਲ ਪੜ੍ਹਦਾ ਤਾਂ ਅਕਸਰ ਮੈਂ ਪਾਉਂਦਾ ਹਾਂ, ਹਮੇਸ਼ਾ 1 ਔਰ 2 ਆਇਤਾਂ ਦੇ ਬਾਅਦ ਮੈਂ ਰੁਕਦਾ ਹਾਂ। ਮੈਂ ਉਸ ਦੇ ਪਿੱਛੇ ਆਪਣੇ ਆਪ ਨੂੰ ਪ੍ਰਾਰਥਨਾ ਕਰਦੇ ਹੋਏ ਪਾਉਂਦਾ ਹਾਂ, ਪ੍ਰਭੂ ਮੇਰੀ ਮਦਦ ਕਰ, ਜੋ ਮੈਂ ਪੜ੍ਹਿਆ ਮੈਂ ਉਸ ਨੂੰ ਸਮਝ ਸਕਾਂ। ਅਚਾਨਕ ਹੀ ਫਿਰ ਉਸ ਬਾਰੇ ਕੋਈ ਗੱਲ ਮੈਨੂੰ ਫੜ ਲੈਂਦੀ ਹੈ। ਕੁਝ ਸੈਸ਼ਨ ਪਹਿਲਾਂ ਮੈਂ ਜ਼ਬੂਰ 27 ਨੂੰ ਵਰਤਿਆ ਸੀ, 27 ਨੂੰ, ਜਿੱਥੇ ਦਾਊਦ ਕਹਿੰਦਾ ਹੈ ਕਿ ਮੈਂ ਇੱਕ ਗੱਲ ਚਾਹੁੰਦਾ ਹਾਂ, ਮੈਂ ਤੇਰੇ ਘਰ ਵਿੱਚ ਜ਼ਿੰਦਗੀ ਦੇ ਸਾਰੇ ਦਿਨ ਬਿਤਾਉਣਾ ਚਾਹੁੰਦਾ ਹਾਂ। ਇਸ ਨੂੰ ਮੈਂ ਫੜ ਲੈਂਦਾ ਹਾਂ ਤੇ ਪ੍ਰਾਰਥਨਾ ਕਰਦਾ, ਕਹਿਣਾ ਪ੍ਰਭੂ ਮੈਨੂੰ ਇਹੀ ਚਾਹੀਦਾ ਜੋ ਦਾਊਦ ਨੇ ਕਿਹਾ, ਪ੍ਰਭੂ ਮੈਂ ਉਹੀ ਚਾਹੁੰਦਾ, ਮੈਂ ਤੇਰੇ ਘਰ ਵਿੱਚ ਵਾਸ ਕਰਨਾ ਚਾਹੁੰਦਾ। ਮੈਂ ਤੇਰੀ ਸੁੰਦਰਤਾ ਵੱਲ ਨਿਹਾਰਾਂ ਤੇ ਤੇਰੇ ਮੰਦਰ ਦੇ ਵਿੱਚ ਤੈਨੂੰ ਵੇਖਾਂ। ਜਦੋਂ ਮੈਂ ਕਿਹਾ ਪ੍ਰਭੂ ਮੇਰੀ ਮਦਦ ਕਰ ਕਿ ਮੈਂ ਇਸ ਨੂੰ ਸਮਝਾਂ। ਅਸੀਂ ਇਹ ਕਰ ਸਕਦੇ ਹਾਂ। ਸਾਨੂੰ ਇਮਾਨਦਾਰ ਹੋਣਾ ਚਾਹੀਦਾ ਹੈ। ਕਈ ਵਾਰ ਸਾਨੂੰ ਇਹ ਪਤਾ ਹੀ ਨਹੀਂ ਹੁੰਦਾ, ਅਸੀਂ ਇਸ ਨੂੰ ਧਾਰਮਿਕ ਤਰੀਕੇ ਦੇ ਨਾਲ ਹੀ ਕਰਦੇ ਰਹਿੰਦੇ ਹਾਂ। ਅਸੀਂ ਕੀ ਕਰ ਰਹੇ ਹਾਂ? ਅਸੀਂ ਆਪਣੇ ਸ਼ਬਦਾਂ ਦੇ ਵਿੱਚ ਇਸ ਨੂੰ ਮਿਲਾ ਕੇ ਪਰਮੇਸ਼ਰ ਦੇ ਵਚਨ ਨੂੰ ਆਪਣੇ ਮਨ ਵਿੱਚ ਲਿਆ ਰਹੇ ਹੁੰਦੇ ਹਾਂ। ਇਹ ਸਾਡੀ ਪ੍ਰਾਰਥਨਾ ਦਾ ਹਿੱਸਾ ਬਣਦਾ ਹੈ ਤੇ ਇਹ ਸਾਡੀ ਪ੍ਰਾਰਥਨਾ ਨੂੰ ਬਦਲ ਦਿੰਦਾ ਹੈ ਸਦਾ ਲਈ। ਇੱਕ ਗੱਲ ਜੋ ਮੈਂ ਸਿੱਖੀ ਏ ਕਿ ਜਦੋਂ ਮੈਂ ਪਰਮੇਸ਼ਰ ਕੋਲ ਆਉਂਦਾ, ਮੈਂ ਖੁੱਲ੍ਹੇ ਦਿਲ ਦੇ ਨਾਲ ਆਵਾਂ। ਮੈਂ ਇਹ ਨਾ ਸੋਚਾਂ ਕਿ ਮੈਂ ਆਪਣੇ ਵਿਚਾਰ ਲੈ ਕੇ ਆਵਾਂ ਤੇ ਉਹਨਾਂ ਨੂੰ ਵਚਨ ਦੇ ਉੱਤੇ ਮੈਂ ਲਾਗੂ ਕਰਾਂ। ਅਤੇ ਮੈਂ ਪਰਮੇਸ਼ਰ ਕੋਲ ਆਵਾਂ ਤੇ ਉਹਨੂੰ ਕਹਾਂ ਪ੍ਰਭੂ ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦਾ, ਮੈਂ ਚਾਹੁੰਦਾ ਤੂੰ ਮੇਰੇ ਨਾਲ ਗੱਲ ਕਰ। ਉਹ ਰਿਸ਼ਤਾ ਜਿਹਦੀ ਅਸੀਂ ਗੱਲ ਕਰ ਰਹੇ ਸੀ ਅਤੇ ਫਿਰ ਪਰਮੇਸ਼ਵਰ ਸਾਡੇ ਨਾਲ ਗੱਲ ਕਰੇਗਾ। ਇੱਕ ਗੱਲ ਜੋ ਮੈਂ ਵੇਖੀ ਹੈ ਕਿ ਪਰਮੇਸ਼ਵਰ ਸਾਨੂੰ ਵਾਅਦੇ ਦੇਵੇਗਾ। ਆਪਣੇ ਵਚਨ ਦੇ ਵਿੱਚੋਂ ਵਾਅਦੇ ਨੇ ਮੇਰੇ ਵਾਸਤੇ, ਮੇਰੇ ਪਰਿਵਾਰ ਲਈ, ਮੇਰੇ ਬੱਚਿਆਂ ਵਾਸਤੇ ਤੇ ਮੇਰੇ ਭਵਿੱਖ ਲਈ। ਅਤੇ ਜਦੋਂ ਇਹ ਕਰੇਗਾ ਤਾਂ ਉਹ ਵਚਨ ਉਸ ਪੰਨੇ ਦੇ ਵਿੱਚੋਂ ਉਛਲਣਗੇ ਤੇ ਉਹ ਮੇਰੇ ਦਿਲ ਵਿੱਚ ਆ ਜਾਣਗੇ। ਅਤੇ ਇੱਕ ਚੀਜ਼ ਦੀ ਉਤਸ਼ਾਹਿਤ ਮੈਂ ਲੋਕਾਂ ਨੂੰ ਕਰਦਾ, ਮੈਂ ਤੁਹਾਨੂੰ ਵੀ ਕਰਨਾ ਚਾਹੁੰਦਾ ਕਿ ਉਸ ਵਾਅਦੇ ਦੇ ਉੱਤੇ ਨਿਸ਼ਾਨ ਲਾ ਲਓ ਅਤੇ ਆਪਣੇ ਐਪ ਦੇ ਉੱਤੇ ਤੁਸੀਂ ਟੈਗ ਕਰ ਲਵੋ ਤੇ ਫਿਰ ਕਹੋ ਕਿ ਮੈਨੂੰ ਅਗਲੇ ਹਫ਼ਤੇ ਭੇਜਿਓ, ਤਾਂ ਕਿ ਮੈਂ ਯਾਦ ਕਰ ਸਕਾਂ। ਪਰਮੇਸ਼ਵਰ ਤੁਹਾਡੇ ਨਾਲ ਗੱਲ ਕਰਦਾ ਹੈ। ਇਹ 2 ਤਰੀਕੇ ਦਾ ਰਿਸ਼ਤਾ ਹੈ। ਪਰਮੇਸ਼ਵਰ ਤੁਹਾਡੇ ਨਾਲ ਬੋਲੇ, ਤੁਸੀਂ ਉਹਦੇ ਨਾਲ ਗੱਲ ਕਰੋ, ਤੁਹਾਡੇ ਨਾਲ ਗੱਲ ਕਰੇ। ਇਹੀ ਤਾਂ ਹੈ। ਉਸ ਨੂੰ ਜਾਣੋ ਤੇ ਉਸ ਨੂੰ ਪਿਆਰ ਕਰੋ।